ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਸਿੱਖ ਹਿਸਟਰੀ ਐਂਡ ਵਰਲਡ ਹਿਸਟਰੀ ਵਿੱਚ ਕੀ ਅਹਿਮੀਅਤ ਹੈ। ਸਿੱਖ ਇਤਿਹਾਸ ਦੇ ਹਵਾਲੇ ਨਾਲ ਜਿਵੇਂ ਅਸੀਂ ਗੱਲ ਕੀਤੀ ਕਿ ਵੀ ਜਿਹੜੀਆਂ ਬੇਪਤ ਹੋਈਆਂ ਕੌਮਾਂ ਨੇ ਉਹਨਾਂ ਦਾ ਫਿਰ ਕੋਈ ਵਾਲੀ ਵਾਰਸ ਨਹੀਂ ਰਹਿੰਦਾ ਔਰ ਜਿਹੜੇ ਹਾਵੀ ਹੁੰਦੇ ਨੇ ਉਹਨਾਂ ਨੂੰ ਅੱਗੋਂ ਜ਼ਲੀਲ ਕਰਦੇ ਨੇ। ਇਹੋ ਜਿਹੀ ਇੱਕ ਜ਼ਲਾਲਤ 1848 ਦੇ ਵਿੱਚ, ਕਿਉਂਕਿ 1846 ਦੀ ਐਂਗਲੋ ਸਿੱਖ ਵਾਰ ਤੋਂ ਬਾਅਦ ਅੰਗਰੇਜ਼ ਲਾਹੌਰ ਆ ਕੇ ਬਹਿ ਗਏ, ਆਪਣਾ ਉਹਨਾਂ ਨੇ ਰੈਜ਼ੀਡੈਂਟ ਬਿਠਾ ਲਿਆ ਹੈ। ਜਿੰਨੇ ਆਪਣੇ ਟ੍ਰੇਟਰ ਸੀ, ਗੁਲਾਬ ਸਿੰਘ ਨੂੰ ਜੰਮੂ ਕਸ਼ਮੀਰ ਇਨਾਮ 'ਚ ਦੇ ਦਿੱਤਾ, ਲਾਲ ਸਿੰਘ, ਤੇਜ ਸਿੰਘ ਉਹਨਾਂ ਨੂੰ ਰਾਜੇ ਦਾ ਖਿਤਾਬ ਦੇ ਦਿੱਤਾ। ਔਰ ਇੱਕੋ ਇੱਕ ਜਿਹੜੀ ਸਿਆਣੀ ਔਰ ਬਹਾਦਰ ਔਰਤ, ਜਿਸ ਬਾਰੇ ਉਹਨਾਂ ਦੀਆਂ ਆਪਣੀਆਂ ਖੁਫੀਆ ਰਿਪੋਰਟਾਂ 'ਚ ਨੇ ਲਿਖਿਆ ਹੋਇਆ ਕਿ ਸ਼ੀ ਇਜ਼ ਦਾ ਓਨਲੀ ਮੈਨ ਇਨ ਦਾ ਲਾਹੌਰ ਦਰਬਾਰ, ਰਾਣੀ ਜਿੰਦਾ ਜੀ। ਸੋ ਉਹਨੂੰ ਜਿਹੜਾ ਉਹ ਡਿਸਕ੍ਰੈਡਿਟ ਕਰਨਾ ਸ਼ੁਰੂ ਕੀਤਾ, ਇਸ ਕਿਸਮ ਦਾ ਬਣਾਇਆ ਕਿ ਜੀ ਉਹ ਇੱਕ ਭਾਈ ਪ੍ਰੇਮਾ ਸਿੰਘ ਕਿ ਉਹ ਦਲੀਪ ਸਿੰਘ ਨੂੰ ਕਿਡਨੈਪ ਕਰਨਾ ਚਾਹੁੰਦੇ ਸੀ ਤਾਂ ਕਿ ਉਹਨੂੰ ਅੱਗੇ ਰੱਖ ਕੇ ਅੰਗਰੇਜ਼ਾਂ ਦੇ ਖਿਲਾਫ ਬਗਾਵਤ ਹੋਏ। ਉਹਦੇ 'ਚ ਕੋਈ ਬਹੁਤਾ ਸਬੂਤ ਨਹੀਂ ਸੀ। ਫਿਰ ਤੇਜਾ ਸਿੰਘ ਨੂੰ ਰਾਜੇ ਦਾ ਖਿਤਾਬ ਦਰਬਾਰ ਦੇ ਵੀ ਦੇਣਾ ਚਾਹੁੰਦੇ ਸੀ ਔਰ ਉਹ ਕੇਸਰ ਜਿਹਾ ਘੋਲ ਕੇ ਰੱਖਿਆ। ਦਲੀਪ ਸਿੰਘ ਛੋਟਾ ਸੀ ਬੱਚਾ, ਉਹਨੂੰ ਉਹਦੀ ਉਂਗਲ ਉਹਨੇ ਵਿੱਚ ਪਾ ਲਈ ਕਿ ਉਹਦੇ ਮੱਥੇ ਤੇ ਲਾਣਾ। ਉਹਨੇ ਮਾਂ ਵੱਲ ਦੇਖਿਆ, ਮਾਂ ਨੇ ਇਸ਼ਾਰਾ ਕੀਤਾ ਹੋਏਗਾ ਵੀ ਨਹੀਂ, ਉਹਨੇ ਆਪਣਾ ਹੱਥ ਪਿੱਛੇ ਖਿੱਚ ਲਿਆ ਔਰ ਇਹਨੂੰ ਵੀ ਇੱਕ ਇਲਜ਼ਾਮ ਬਣਾ ਦਿੱਤਾ ਕਿ ਜੀ ਉਹਨੇ ਰੁਕਾਵਟ ਪਾਈ ਹੈ। ਸੋ ਅੱਜ ਦੇ ਦਿਨ ਰਾਣੀ ਜਿੰਦਾ ਨੂੰ ਜਿਹੜਾ ਹੈ ਉਹਨਾਂ ਨੇ ਪਹਿਲਾਂ ਲਾਹੌਰ ਕਿਲੇ ਦੇ ਵਿੱਚ ਨਜ਼ਰਬੰਦ ਰੱਖਿਆ, ਉੱਥੋਂ ਫਿਰ ਸ਼ੇਖੂਪੁਰੇ ਲੈ ਗਏ, ਉੱਥੋਂ ਫਿਰ ਯੂਪੀ 'ਚ ਟਰਾਂਸਫਰ ਕਰ ਦਿੱਤਾ। ਔਰ ਜਿਹੜੀ 50 ਲੱਖ ਦੇ ਔਰ ਜਿਹੜੇ ਵਰਸਟ ਪਾਰਟ ਸੀ ਹਿਊਮੀਲੇਸ਼ਨ ਦਾ ਕਿ ਉਹਨਾਂ ਦੇ ਕੱਪੜੇ ਉਤਰਵਾ ਕੇ ਉਹਨਾਂ ਦੀ ਤਲਾਸ਼ੀ ਲੈ ਗਏ ਔਰ ਉਹਨਾਂ ਦੀ ਆਪਣੀ ਚਿੱਠੀ ਜਿਹੜੀ ਉਹਨਾਂ ਨੇ ਬੜੇ ਰੋਹ ਦੇ ਵਿੱਚ ਲਿਖੀ ਔਰ ਉਹ ਇਹ ਸੀ ਜ਼ਲਾਲਤ। ਉਹਨਾਂ ਨੇ ਕਿਹਾ ਕਿ ਆ ਤੁਹਾਡਾ ਐਮਪਾਇਰ 1,45,000 ਸਕੁਅਰ ਮਾਈਲ ਦਾ ਤੇ ਤੁਹਾਡੀ ਰਾਣੀ ਨੂੰ ਅਸੀਂ ਜਿਹੜਾ ਇਵੇਂ ਬੇਪਤ ਕਰ ਰਹੇ ਔਰ ਉਸ ਦੇ 50 ਲੱਖ ਦੇ ਗਹਿਣੇ ਵੀ ਜ਼ਬਤ ਕਰ ਲਏ ਔਰ ਪੈਨਸ਼ਨ ਜਿਹੜੀ ਲੱਖ ਤੋਂ ਸ਼ੁਰੂ ਹੋਈ ਸੀ ਕਰਦੇ ਕਰਦੇ 6,000। ਪਰ ਉਹ ਬਹਾਦਰ ਔਰਤ ਨੇ ਵੀ ਫਿਰ ਉਹ ਕਿਵੇਂ ਚਿਨਾਰ ਉੱਥੋਂ ਯੂਪੀ ਦੇ ਕਿਲੇ ਚੋਂ ਨਿਕਲ ਕੇ, ਜਿਹੜੀ ਕੈਦ ਚੋਂ ਨਿਕਲ ਕੇ ਫਿਰ ਉਹ ਇੱਕ ਵਣਜਾਰਨ ਦੇ ਭੇਸ ਚੋਂ ਨੇਪਾਲ ਪਹੁੰਚੀ ਔਰ ਉੱਥੋਂ ਵੀ ਉਹਨੇ ਕੋਸ਼ਿਸ਼ ਕੀਤੀ ਕਿ ਇਹਨਾਂ ਦੇ ਖਿਲਾਫ ਬਗਾਵਤ ਦਾ ਝੰਡਾ ਰਹੇ। ਬਾਅਦ 'ਚ ਕਾਫੀ ਸਾਲਾਂ ਬਾਅਦ ਪੁੱਤਰ ਜਿਹੜਾ ਉਹ ਆ ਕੇ ਇੰਗਲੈਂਡ ਤੋਂ ਲੈ ਗਏ, ਪਰ ਬਹੁਤ ਜਲਦੀ 1 ਸਾਲ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ। ਔਰ ਮਰਨ ਤੋਂ ਪਹਿਲਾਂ ਵੀ ਉਹਨੇ ਆਪਣੇ ਪੁੱਤਰ ਨੂੰ ਕਿਹਾ ਕਿ ਮੇਰੀਆਂ ਹੱਡੀਆਂ ਇਸ ਨਿਰਦਈ ਧਰਤੀ ਤੇ ਨਾ ਰੋਲੀ। ਸੋ ਮੈਂ ਸਮਝਦਾ ਵੀ ਇਹ ਡਿਫਾਇੰਸ ਹੈ ਜਿਹੜੀ ਕਿ ਅੱਜ ਇੱਕ ਵੱਡਾ ਹਿੱਸਾ ਸਾਡਾ ਇਸ ਤੋਂ ਭਗੌੜਾ ਹੈ। 1920 ਦੇ ਵਿੱਚ ਅਰੂੜ ਸਿੰਘ ਜਿਹਦਾ ਜ਼ਿਕਰ ਹੁੰਦਾ ਹੈ, ਸਰਬਰਾਹ ਜਿਹਨੇ ਡਾਇਰ ਨੂੰ ਆਨਰ ਕੀਤਾ ਜਲਿਆਂਵਾਲਾ ਬਾਗ ਦਾ, ਜਿਹਨੇ ਕਾਰਾ ਕੀਤਾ, ਉਹਨੇ ਅੱਜ ਦੇ ਦਿਨ ਵੱਡੇ ਇੱਕ ਸਿੱਖਾਂ ਦਾ ਇਕੱਠ ਜਿਹੜਾ ਜਲਿਆਂਵਾਲੇ ਬਾਗ 'ਚ ਹੀ ਹੋਇਆ ਉੱਥੇ ਸਿੱਖਾਂ ਤੋਂ ਮਾਫੀ ਮੰਗੀ ਜੀ। ਔਰ ਜਿਹੜਾ 1948 ਦੇ ਵਿੱਚ ਅੱਜ ਦੇ ਦਿਨ ਪਟਿਆਲਾ, ਨਾਭਾ, ਜੀਂਦ, ਫਰੀਦਕੋਟ, ਮਲੇਰਕੋਟਲਾ, ਕਪੂਰਥਲਾ, ਕਲਸੀਆਂ ਇਹਨਾਂ ਰਿਆਸਤਾਂ ਨੂੰ ਮਿਲਾ ਕੇ ਪੈਪਸੂ ਸਟੇਟ ਪਟੇਲ ਨੇ ਬਣਾਈ ਔਰ ਅਲਟੀਮੇਟਲੀ 1 ਨਵੰਬਰ 1956 ਨੂੰ ਫਿਰ ਪੈਪਸੂ ਨੂੰ ਤੋੜ ਕੇ ਪੰਜਾਬ ਦੇ ਵਿੱਚ ਮਿਲਾ ਦਿੱਤਾ ਗਿਆ ਜੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 1430 ਦੇ ਵਿੱਚ ਜੌਨ ਆਫ ਆਰਕ ਜਿਹਨੂੰ ਬ੍ਰਿਗੈਂਡਸ ਨੇ ਫੜਿਆ, ਉਹਨਾਂ ਅੰਗਰੇਜ਼ਾਂ ਦੇ ਹਵਾਲੇ ਕਰ ਦਿੱਤਾ। 1799 ਚ ਫ੍ਰੈਂਚ ਰੈਵੋਲੂਸ਼ਨ ਦੀ ਸ਼ੁਰੂਆਤ ਹੁੰਦੀ ਹੈ ਔਰ ਅੱਜ ਦੇ ਦਿਨ ਬੋਸਟਾਇਲ ਸ਼ਹਿਰ ਤੇ ਜਦੋਂ ਉਹਨਾਂ ਨੇ ਰੈਵੋਲੂਸ਼ਨਰੀਜ਼ ਨੇ ਕਬਜ਼ਾ ਕੀਤਾ ਤਾਂ ਉਹਨਾਂ ਨੇ ਜੇਲ੍ਹ ਤੇ ਧਾਵਾ ਬੋਲ ਕੇ ਦਰਵਾਜ਼ੇ ਖੋਲ ਕੇ ਸਾਰੇ ਕੈਦੀ ਰਿਹਾ ਕਰ ਦਿੱਤੇ ਤੇ ਉਹ ਵੀ ਨਾਲ ਰੈਵੋਲੂਸ਼ਨਰੀਜ਼ ਦੇ ਰਲ ਗਏ। 1845 ਚ ਅੱਜ ਦੇ ਦਿਨ ਨਿਊਯਾਰਕ ਦੇ ਵਿੱਚ ਬੜੀ ਜ਼ੋਰਦਾਰ ਅੱਗ ਲੱਗੀ, 1000 ਤੋਂ ਜ਼ਿਆਦਾ ਘਰ ਸੜ ਗਏ ਔਰ ਬਹੁਤ ਲੋਕ ਮਰੇ। 1850 ਦੇ ਵਿੱਚ ਪਹਿਲਾ ਪਬਲਿਕ ਡੈਮੋ ਹੋਇਆ ਕਿ ਰੈਫਰੀਜਰੇਟਰ 'ਚ ਆਈਸ ਕਿਵੇਂ ਬਣਦੀ ਹੈ, ਲੋਕ ਦੇਖਣ ਆਏ। ਹੁਣ ਤੁਹਾਨੂੰ ਲੱਗਦਾ ਹੀ ਨਹੀਂ ਨਾ ਵੀ ਕਦੇ ਇੱਦਾਂ ਵੀ ਹੋਇਆ ਹੋਣਾ, ਵੀ ਲੋਕਾਂ ਨੂੰ ਯਕੀਨ ਨਹੀਂ ਹੋਣਾ ਕਿ ਵੀ ਇੱਦਾਂ ਵੀ ਆਈਸ ਬਣ ਜਾਂਦੀ ਹੈ। 1938 ਦੇ ਵਿੱਚ ਮੁਸੋਲਿਨੀ ਨੇ ਐਂਟਾਈ ਜੂਇਸ਼ ਔਰ ਐਂਟਾਈ ਅਫਰੀਕਨ ਜਿਹੜਾ ਲਿਟਰੇਚਰ ਹੈ ਉਹ ਪਬਲਿਸ਼ ਕੀਤਾ। ਕਮਿਊਨਿਸਟ ਆਫੈਂਸਿਵ ਕੋਰੀਆ ਦੇ ਵਿੱਚ ਅੱਜ ਦੇ ਦਿਨ ਸ਼ੁਰੂ ਹੋਇਆ। ਸਦਾਮ ਹੁਸੈਨ ਨੇ ਇਰਾਕੀ ਆਰਮੀ ਜਿਹੜੀ ਹੈ ਉਸ ਦੇ ਨਾਲ ਮਿਲ ਕੇ ਬਾਦਸ਼ਾਹ ਨੂੰ ਜਿਹੜਾ 1958 ਦੇ ਵਿੱਚ ਬੇਦਖਲ ਕਰ ਦਿੱਤਾ ਔਰ ਤਾਈਵਾਨ ਨੇ 37 ਸਾਲ ਜਿਹੜਾ ਮਾਰਸ਼ਲ ਲਾ ਲਾ ਕੇ ਰੱਖਿਆ ਸੀ ਉਹ ਅੱਜ ਦੇ ਦਿਨ ਖਤਮ ਕੀਤਾ ਔਰ 1998 ਦੇ ਵਿੱਚ LA ਸਿਟੀ ਨੇ 15 ਤੰਬਾਕੂ ਕੰਪਨੀਆਂ ਦੇ ਖਿਲਾਫ ਮੁਕੱਦਮਾ ਕੀਤਾ ਕਿ ਜਿਹੜਾ ਪੈਸਿਵ ਸਮੋਕ ਹੈ ਉਹ ਕਿਵੇਂ ਲੋਕਾਂ ਨੂੰ ਕੈਂਸਰ ਔਰ ਦੂਸਰੀਆਂ ਬਿਮਾਰੀਆਂ ਕਰਦੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਸ਼ਲੋਕ ਸਹਿਸਕ੍ਰਿਤੀ ਮਹੱਲਾ 5ਵਾਂ, ਇਹ ਇੱਕ ਪ੍ਰਾਕ੍ਰਿਤ ਜ਼ਬਾਨ ਹੈ, ਸੰਸਕ੍ਰਿਤ ਨਹੀਂ ਹੈ, ਪਰ ਬਹੁਤ ਸਾਰਾ ਆਪਸੀ ਜਿਹੜਾ ਹੈ ਉਹਨਾਂ ਦਾ ਜੋੜ ਮੇਲ ਹੈ ਜੀ। ਇਹ ਸ਼ਲੋਕ ਹੈ, ਮਿਰਤ ਮੋਹੰਗ ਅਲਪ ਬੁੱਧ ਜੰਗ
ਰਚੰਤ ਬਨਿਤਾ ਬਿਨੋਦ ਸਾਹੰ ਜੋਬਨ ਬਹਿਕਰਮ ਕਨਿਕ ਕੁੰਡਲੈ ਬਚਿੱਤਰ ਮੰਦਰ ਸੋਭੰਤ ਬਸਤਰਾ ਇਤਿਅੰਤ ਮਾਇਆ ਬਜਿਆ ਪਿਤੰਗ ਹੇ ਅਚੁੱਤ ਸਰਣ ਸੰਤ ਨਾਨਕ ਪੋ ਭਗਵਾਨੇ ਨਮੈ। ਜੀ ਇਹ ਮਨੁੱਖ ਦੀ ਗੱਲ ਹੈ ਕਿ ਕਿਵੇਂ ਛੋਟੀ ਬੁੱਧੀ ਵਾਲੇ ਇਨਸਾਨ ਮਿਰਤ ਮੋਹੰ ਕਿ ਉਹ ਉਸ ਚੀਜ਼ ਦੇ ਮੋਹ ਦੇ ਵਿੱਚ ਫਸੇ ਹੋਏ ਨੇ ਜਿਹੜੀ ਕਿ ਮਰ ਜਾਣ ਵਾਲੀ ਹੈ, ਟੁੱਟ ਜਾਣ ਵਾਲੀ ਹੈ। ਰਚੰਤ ਬਨਿਤਾ ਬਿਨੋਦ ਸਾਹੰਗ, ਬਨਿਤਾ ਇਸਤਰੀ ਨੂੰ ਕਹਿੰਦੇ ਨੇ ਕਿ ਉਹ ਘਰੇਲੂ ਸੁੱਖਾਂ ਦੇ ਵਿੱਚ ਫਸ ਕੇ ਰੱਬ ਨੂੰ ਭੁੱਲੇ ਹੋਏ ਨੇ। ਜਵਾਨੀ ਕਨਿਕ ਕੁੰਡਲੈ, ਕਨਿਕ ਸੋਨੇ ਨੂੰ ਕਹਿੰਦੇ ਨੇ, ਸੋਨੇ ਦੇ ਗਹਿਣੇ। ਇਹੀ ਬਚਿੱਤਰ ਮੰਦਰ, ਬਹੁਤ ਸੋਹਣੇ ਘਰ, ਸੋਭੰਤ ਬਸਤਰਾ, ਬੜੇ ਤਰ੍ਹਾਂ ਤਰ੍ਹਾਂ ਦੇ ਕੱਪੜੇ। ਇਤਿਅੰਤ ਮਾਇਆ ਬਚਿਆ ਪਿੰਡੰਗ ਕਿ ਉਹ ਇਹ ਸਾਰੀਆਂ ਮਾਇਆ ਦੀਆਂ ਚੀਜ਼ਾਂ ਨੂੰ ਚੰਬੜੇ ਹੋਏ ਨੇ। ਪਰ ਅਲਟੀਮੇਟਲੀ ਹੇ ਅਚੁੱਤ, ਉਹ ਵਾਹਿਗੁਰੂ ਜਿਹੜਾ ਤੂੰ ਸਦਾ ਰਹਿਣ ਵਾਲਾ ਹੈ, ਸਰਣ ਸੰਤ, ਤੇਰੀ ਸ਼ਰਨ ਦੇ ਵਿੱਚ ਰੱਬ ਦੇ ਬੰਦੇ, ਰੱਬ ਨੂੰ ਯਾਦ ਕਰਨ ਵਾਲੇ ਤੇਰੇ ਘਰ 'ਚ ਹੀ ਠਾਰ ਪਾਉਂਦੇ ਨੇ। ਨਾਨਕ ਪੋ ਭਗਵਾਨੇ ਨਮੈ ਕਿ ਗੁਰੂ ਨਾਨਕ ਸਾਹਿਬ ਪੰਜਵੇਂ ਨਾਨਕ ਕਹਿੰਦੇ ਨੇ ਕਿ ਮੈਂ ਉਸ ਵਾਹਿਗੁਰੂ ਦੇ ਅੱਗੇ ਆਪਣਾ ਆਪ ਝੁਕਾਉਂਦਾ ਹੈ, ਆਪਣਾ ਆਪ ਸਮਰਪਿਤ ਕਰਦਾ ਹੈ, ਜਿਹੜਾ ਕਿ ਹਮੇਸ਼ਾ ਰਹਿਣ ਵਾਲਾ ਹੈ। ਔਰ ਮਨੁੱਖਾਂ ਨੂੰ ਇਹ ਵਾਰਨ ਕੀਤਾ ਕਿ ਦੁਨੀਆ ਦੇ ਜਿੰਨੇ ਪਦਾਰਥਾਂ ਦੇ ਮੋਹ ਦੇ ਵਿੱਚ ਅਸੀਂ ਆਪਣੇ ਆਪ ਨੂੰ ਬਹੁਤ ਸੁਖੀ ਮਹਿਸੂਸ ਕਰਦੇ ਹਾਂ, ਇਹ ਅਸਲ ਵਿੱਚ ਸਾਰੀਆਂ ਖਤਮ ਹੋ ਜਾਣ ਵਾਲੀਆਂ ਚੀਜ਼ਾਂ ਨੇ। ਔਰ ਅਲਟੀਮੇਟ ਆਨੰਦ ਜਿਹੜਾ ਹੈ ਉਹ ਨਿਰੰਕਾਰ ਦੀ ਯਾਦ ਔਰ ਇਸ ਮੋਹ ਮਾਇਆ ਦੀ ਪਕੜ ਤੋਂ ਦੂਰ ਉਸ ਰੱਬ ਦੇ ਨਾਲ ਮਿਲ ਕੇ ਹੀ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜੇ ਨੇ। ਤਾਂ ਇਸ ਤਰ੍ਹਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ ਤੇ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।